ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਭਾਰਤ ਵਿੱਚ ਕੁਪੋਸ਼ਣ ਦੀਆਂ ਸਮੱਸਿਆਵਾਂ ਬਾਰੇ। ਦੋਸਤੋ, ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ 7 ਦਹਾਕਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਕਈ ਰਾਜਸੀ ਪਾਰਟੀਆਂ ਦੀ ਸਰਕਾਰਾਂ ਆਈਆਂ, ਲੰਬਾ ਸਮਾਂ ਦੇਸ਼ 'ਤੇ ਰਾਜ ਕੀਤਾ ਤੇ ਚਲੀਆਂ ਗਈਆਂ, ਪਰ ਦੇਸ਼ ਦੇ ਵਿੱਚੋਂ ਜਿਹੜਾ ਹੈਗਾ ਭੁੱਖਮਰੀ, ਕੁਪੋਸ਼ਣ, ਇਹੋ ਜਿਹੀਆਂ ਸਮੱਸਿਆਵਾਂ ਖਤਮ ਨਹੀਂ ਹੋ ਸਕੀਆਂ। ਭਾਵੇਂ ਕਿ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਦਾਅਵਾ ਕਰਦੀਆਂ ਵੀ ਕਿ ਸਾਡੇ ਰਾਜ ਦੇ ਵਿੱਚ ਜਾਂ ਸਾਡੇ ਰਾਜ ਦੌਰਾਨ ਦੇਸ਼ ਦਾ ਇੰਨਾ ਵੱਡਾ ਪੱਧਰ 'ਤੇ ਦੇਸ਼ ਦਾ ਵਿਕਾਸ ਜਿਹੜਾ ਹੈਗਾ ਹੋਇਆ, ਅਸੀਂ ਆਹ ਕਰਤਾ, ਅਸੀਂ ਲੋਕਾਂ ਲਈ ਆਹ ਕੁਝ ਕੀਤਾ। ਪਰ ਇਹਨਾਂ ਸਭ ਦੇ ਬਾਵਜੂਦ ਹਾਲਾਤ ਜਿਹੜੇ ਨੇ ਸਾਡੇ ਦੇਸ਼ ਦੇ ਵਿੱਚ ਹੋਰ ਮਾੜੇ ਹੁੰਦੇ ਜਾ ਰਹੇ ਨੇ। ਅੱਜ ਸਾਡੇ ਦੇਸ਼ ਦੇ ਵਿੱਚ ਵੱਡੀ ਗਿਣਤੀ ਹਿੱਸਾ ਇਹੋ ਜਿਹਾ ਵੀ ਹੈ ਜਿਹੜਾ ਕਿ ਦਿਨ ਦੇ ਵਿੱਚ 3 ਟਾਈਮ ਦਾ ਭੋਜਨ ਨਹੀਂ ਖਾ ਪਾਉਂਦਾ, ਰਾਤੀ ਆਪਣਾ ਪੇਟ ਭਰ ਕੇ ਸੌ ਨਹੀਂ ਪਾਉਂਦਾ। ਇਸ ਦੇ ਬਾਵਜੂਦ ਰਾਜਨੀਤਿਕ ਪਾਰਟੀਆਂ ਪਤਾ ਨਹੀਂ ਕਿਹੜੇ ਹਿਸਾਬ ਸਿਰ ਦਾਅਵੇ ਕਰਦੀਆਂ ਨੇ ਵੀ ਕਿ ਸਾਡੇ ਸਮੇਂ ਦੌਰਾਨ ਦੇਸ਼ ਦਾ ਇੰਨਾ ਜ਼ਿਆਦਾ ਜਿਹੜਾ ਹੈਗਾ ਵਿਕਾਸ ਹੋਇਆ, ਅਸੀਂ ਦੇਸ਼ ਲਈ ਆਹ ਕਰਤਾ, ਲੋਕਾਂ ਲਈ ਆਹ ਕਰਤਾ। ਕਿਉਂਕਿ ਹਾਲ ਹੀ ਦੇ ਵਿੱਚ ਇੱਕ ਜਿਹੜੀ ਰਿਪੋਰਟ ਆਈ ਹੈ, ਉਹ ਭੁੱਖ ਸੰਬੰਧੀ ਆਲਮੀ ਸੂਚਕ ਅੰਕ ਗਲੋਬਲ ਹੰਗਰੀ ਇੰਡੈਕਸ ਦੀ ਜਿਹੜਾ ਹੈਗਾ ਇੱਕ ਰਿਪੋਰਟ ਆਈ ਹੈ ਸਾਲ 2023 ਦੀ। ਇਸ ਦੇ ਵਿੱਚ ਜਿਹੜਾ ਹੈਗਾ ਭਾਰਤ ਦੇਸ਼ 125 ਮੁਲਕਾਂ ਦੇ ਵਿੱਚੋਂ 111ਵੇਂ ਸਥਾਨ 'ਤੇ ਆਇਆ। ਇਹ ਕੋਈ ਆਂਕੜਾ ਛੋਟਾ ਨਹੀਂ ਹੈ, ਬਹੁਤ ਹੀ ਜਿਹੜਾ ਹੈਗਾ ਗੰਭੀਰ ਆਂਕੜਾ ਇਸ ਨੂੰ ਕਹਿ ਸਕਦੇ ਹਾਂ, ਕਿਉਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਾਡੀ ਹਾਲਤ ਹੋਰ ਮਾੜੀ ਹੋ ਚੁੱਕੀ ਹੈ। ਪਿਛਲੇ ਸਾਲ ਜਿਹੜਾ ਹੈਗਾ ਭਾਰਤ ਦੇਸ਼ 125 ਨਹੀਂ, ਪਿਛਲੇ ਸਾਲ 121 ਦੇਸ਼ਾਂ ਦੇ ਵਿੱਚੋਂ ਸਰਵੇਖਣ ਹੋਇਆ ਸੀ ਅਤੇ 121 ਦੇ ਵਿੱਚੋਂ 107ਵੇਂ ਨੰਬਰ 'ਤੇ ਸੀਗਾ, ਪਰ ਇਸ ਵਾਰ 125 ਦੇ ਵਿੱਚੋਂ 111ਵੇਂ ਨੰਬਰ 'ਤੇ ਆਇਆ। ਤਾਂ ਇਸ ਤੋਂ ਪਤਾ ਲੱਗਦਾ ਹੈ ਵੀ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀ ਭੁੱਖਮਰੀ ਨੂੰ ਲੈ ਕੇ ਹਾਲਤ ਹੈ ਉਹ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ। ਇਸੇ ਤਰ੍ਹਾਂ ਜੇ ਭਾਰਤ 'ਚ ਕੁਪੋਸ਼ਣ ਦਾ ਸ਼ਿਕਾਰ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਦਰ ਦੇ ਵਿੱਚ ਵੀ ਸਾਡਾ ਦੇਸ਼ ਦੁਨੀਆ ਦੇ ਦੇਸ਼ਾਂ ਵਿੱਚੋਂ ਜਿਹੜਾ ਹੈਗਾ ਸਭ ਤੋਂ ਮੋਹਰੀ ਰਹਿ ਰਹੇ ਆ। ਸਭ ਤੋਂ ਵੱਧ ਜਿਹੜਾ ਹੈਗਾ ਕੁਪੋਸ਼ਣ ਦਾ ਸ਼ਿਕਾਰ ਬੱਚੇ ਸਾਡੇ ਦੇਸ਼ ਦੇ ਵਿੱਚ ਨੇ, ਜਿੱਥੇ 18.7% ਵਾਲਾ ਮੁਲਕ ਸਾਡਾ ਬਣ ਚੁੱਕਾ, ਕਿਉਂਕਿ ਸਾਡੇ ਦੇਸ਼ 'ਚ ਬੱਚੇ ਜਿਹੜੇ ਨੇ, ਬੱਚਿਆਂ ਦੀ ਆਬਾਦੀ ਦਾ 18.7% ਹਿੱਸਾ ਕੁਪੋਸ਼ਣ ਦਾ ਸ਼ਿਕਾਰ ਹੈ। ਹਾਲੇ ਸਾਡੀਆਂ ਸਰਕਾਰਾਂ ਦਾਅਵੇ ਕਰਦੀਆਂ ਨੇ ਵੀ ਕਿ ਅਸੀਂ ਬੱਚਿਆਂ ਲਈ ਆਹ ਕੁਝ ਕਰਤਾ, ਬੱਚਿਆਂ ਲਈ ਆਹ ਸਕੀਮਾਂ ਲਿਆਏ, ਆਹ ਸਹੂਲਤਾਂ ਦੇ ਰਹੇ ਹਾਂ, ਪਰ ਉਸ ਦੇ ਬਾਵਜੂਦ ਹਾਲਾਤ ਸਾਡੇ ਦੇਸ਼ ਦੇ ਵਿੱਚ ਇਹੋ ਜਿਹੇ ਰਹਿ ਰਹੇ ਨੇ, ਇੰਨੇ ਮਾੜੇ ਹਾਲਾਤ ਨੇ ਜੋ ਕਿ ਸੁਧਰਨ ਦਾ ਨਾਮ ਨਹੀਂ ਲੈ ਰਹੇ। ਭਾਵੇਂ ਕਿ ਕੇਂਦਰੀ ਜਿਹੜੇ ਸਰਕਾਰ ਹੈ ਉਹ ਇਸ ਸਰਵੇਖਣ ਦੀ ਪ੍ਰਣਾਲੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ ਵੀ ਕਿ ਇਹ ਜੀ ਗਲਤ ਹੈ, ਇਸ ਨੂੰ ਸਹੀ ਢੰਗ ਨਾਲ ਸਰਵੇਖਣ ਨਹੀਂ ਕੀਤਾ ਗਿਆ, ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਪਰ ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਅੰਦਰੂਨੀ ਪੱਧਰ 'ਤੇ ਜਿਹੜੇ ਵੀ ਸਰਵੇਖਣ ਹੋਏ ਨੇ ਉਹਨਾਂ 'ਤੇ ਨਜ਼ਰ ਮਾਰਦੇ ਹਾਂ, ਉਹਨਾਂ ਨੂੰ ਦੇਖਦੇ ਹਾਂ, ਤਾਂ ਉਸ ਦੇ ਵਿੱਚ ਵੀ ਇਹੀ ਆંકੜੇ ਨਜ਼ਰ ਆਉਂਦੇ ਨੇ ਵੀ ਕਿ ਸਾਡੇ ਦੇਸ਼ ਦੇ ਹਾਲਾਤ ਹੋਰ ਜਿਹੜੇ ਮਾੜੇ ਹੁੰਦੇ ਜਾ ਰਹੇ ਨੇ। ਵੀ ਕਿ ਅੱਜ ਸਾਡੇ ਦੇਸ਼ ਦਾ ਵੱਡੀ ਗਿਣਤੀ 'ਚ ਹਿੱਸਾ ਬੇਰੁਜ਼ਗਾਰ ਹੈ। ਬੇਰੁਜ਼ਗਾਰੀ ਕਰਕੇ ਲੋਕ ਭਰਪੇਟ ਭੋਜਨ ਨਹੀਂ ਮਿਲ ਪਾ ਰਹੇ। ਜਿਨ੍ਹਾਂ ਲੋਕਾਂ ਕੋਲ ਰੁਜ਼ਗਾਰ ਵੀ ਹਾਸਲ ਹੈ, ਉਹਨਾਂ ਨੂੰ ਉਸ ਤਰ੍ਹਾਂ ਦੀ ਆਮਦਨ ਨਹੀਂ ਮਿਲ ਪਾ ਰਹੀ ਜੋ ਕਿ ਉਹਨਾਂ ਦੇ ਘਰ ਦਾ ਸਾਰਾ ਖਰਚਾ ਚੁੱਕ ਸਕੇ। ਇਹੋ ਜਿਹੀ ਚੀਜ਼ਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ, ਪਰ ਉਸ ਦੇ ਬਾਵਜੂਦ ਵੀ ਸਾਡੀਆਂ ਸਰਕਾਰਾਂ ਦਾਅਵੇ ਬਹੁਤ ਕਰਦੀਆਂ ਨੇ। ਉਹ ਸਮੇਂ-ਸਮੇਂ 'ਤੇ ਸਾਡੀ ਘਰੇਲੂ ਉਤਪਾਦਨ ਦੀ ਵੀ ਗੱਲ ਕਰਦੀਆਂ ਨੇ ਕਿ ਸਾਡੀ ਘਰੇਲੂ ਉਤਪਾਦਨ ਲਗਾਤਾਰ ਵੱਧ ਰਹੀ ਹੈ। ਇਸ 'ਚ ਕੋਈ ਸ਼ੱਕ ਵੀ ਨਹੀਂ ਹੈ ਵੀ ਕਿ ਸਾਡੀ ਘਰੇਲੂ ਉਤਪਾਦਨ ਜਿਹੜਾ ਹੈ ਉਹ ਵੱਧ ਰਿਹਾ, ਪਰ ਉਸ ਦੇ ਬਾਵਜੂਦ ਜਿਹੜਾ ਹੈਗਾ ਸਾਡੇ ਦੇਸ਼ ਦੇ ਵਿੱਚ ਭੁੱਖਮਰੀ ਅਤੇ ਕੁਪੋਸ਼ਣ ਦੀ ਸਮੱਸਿਆ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਅਤੇ ਸਾਡੀਆਂ ਸਰਕਾਰਾਂ ਇਸ ਨੂੰ ਹੱਲ ਕਰਨ 'ਚ ਬਿਲਕੁਲ ਨਾਕਾਮ ਰਹਿ ਰਹੀਆਂ ਨੇ। ਕਿਉਂਕਿ ਜੇ ਅਸੀਂ ਦੇਸ਼ ਦੇ ਵਿੱਚ ਨਜ਼ਰ ਮਾਰੀਏ ਤਾਂ ਸਾਡੇ ਦੇਸ਼ ਦੇ ਵਿੱਚ ਆਰਥਿਕ ਪਾੜਾ ਜਿਹੜਾ ਉਹ ਵੱਡੇ ਪੱਧਰ 'ਤੇ ਵੱਧ ਰਿਹਾ ਵੀ ਕਿ ਉਹ ਅੱਜ ਉਸ ਮੁਕਾਮ 'ਤੇ ਪਹੁੰਚ ਚੁੱਕਾ ਵੀ ਕਿ ਉਸ ਨੂੰ ਜਿਹੜਾ ਹੈਗਾ ਬਰਾਬਰ ਲਿਆਉਣਾ ਵੀ ਬਹੁਤ ਮੁਸ਼ਕਿਲ ਹੈ। ਕਿਉਂਕਿ ਜਿਹੜੇ ਇੱਕ ਆંકੜੇ ਪਿੱਛੇ ਜੀ ਸਾਹਮਣੇ ਆਏ ਸੀ ਕਿ ਸਾਡੇ ਦੇਸ਼ ਦੇ 1% ਹਿੰਦੁਸਤਾਨੀ ਜਿਹੜੇ ਨੇ ਉਹਨਾਂ ਕੋਲ ਦੇਸ਼ ਦਾ 58% ਦੇ ਕਰੀਬ ਦੌਲਤ ਉਹਨਾਂ 1% ਲੋਕਾਂ ਦੇ ਕੋਲ ਹੈ, ਅਤੇ ਉਸ ਤੋਂ ਬਾਅਦ 10% ਲੋਕ ਇਹੋ ਜਿਹੇ ਨੇ ਜਿਨ੍ਹਾਂ ਕੋਲ 80% ਦੌਲਤ ਜਿਹੜੀ ਹੈਗੀ ਆ ਭਰਮਾਰ ਹੈ, ਅਤੇ ਸਾਡੇ ਹੇਠਲੇ ਪੱਧਰ ਦੇ 50% ਲੋਕ ਇਹੋ ਜਿਹੇ ਨੇ ਜਿਨ੍ਹਾਂ ਕੋਲ ਸਿਰਫ ਦੇਸ਼ ਦੀ ਦੌਲਤ ਦਾ 3% ਹਿੱਸਾ ਹੈ। ਇਸ ਤੋਂ ਪਤਾ ਲੱਗਦਾ ਵੀ ਕਿ ਸਾਡੇ ਦੇਸ਼ ਦੇ ਵਿੱਚ ਆਰਥਿਕ ਪਾੜਾ ਜਿਹੜਾ ਹੈਗਾ ਕਿੰਨੇ ਵੱਡੇ ਪੱਧਰ 'ਤੇ ਹੈ, ਅਤੇ ਇਸ ਨੂੰ ਜਿਹੜਾ ਹੈਗਾ ਖ਼ਤਮ ਕਰ ਪਾਉਣਾ ਬਹੁਤ ਹੀ ਮੁਸ਼ਕਿਲ ਹੈ।
क्योंकि जे असी गल करते हैं साडे देश दे विच यूपी दी, बिहार दी, झारखंड दी, मध्य प्रदेश, राजस्थान, महाराष्ट्र, तो उत्थे हालात जिहड़े ने बहुत माड़े ने। क्योंकि उत्थे जे उत्थे दे असी दूर दुराज दे इलाकिਆਂ 'ਚ नज़र मारीए, पिंडां नूं घुंमदे आ, पिंडां नूं दा सर्वेखण करते हैं, इन्ना ही नहीं जिहड़े साडे देश के जिहड़े विकसित शहर ने, चाहे वो मैट्रो सिटीज़ ने, चाहे वो दिल्ली की गल लै लीए, असीं बॉम्बे की गल लै लीए, पुणे की लै लीए, हैदराबाद की गल कर लीए, या होर साडे जिन्ने भी विकसित देशों के शहर आते हैं, जेकर उन्होंने शहरों दियां भी असीं तंग गलियां, बस्तियां, मुहल्लियां दे विच जाके देखते हैं तो हालात उत्थे भी बहुत माड़े ने। क्योंकि पिंडां दे विच या दूर दराडे दे इलाकिਆਂ 'ਚ ਤਾਂ ਮੰਨ ਸਕਦੇ ਹਾਂ, पर ਜਿਹੜੇ ਵਿਕਸਿਤ ਸ਼ਹਿਰ ਨੇ ਉੱਥੇ ਵੀ ਹਾਲਾਤ ਬਹੁਤ ਮਾੜੇ ਨੇ। ਵੀ ਕਿ ਉੱਥੇ ਵੀ ਅੱਜ ਲੋਕ ਜਿਹੜੇ ਨੇ ਉਹ ਭਰਪੇਟ ਭੋਜਨ ਜਿਹੜਾ ਨਹੀਂ ਖਾ ਪਾਉਂਦੇ, ਭਰਪੇਟ ਭੋਜਨ ਕਮਾ ਨਹੀਂ ਪਾਉਂਦੇ। ਤਾਂ ਇਹੋ ਜਿਹੇ ਹਾਲਾਤ 'ਚ ਅਸੀਂ ਕਿਵੇਂ ਮੰਨ ਸਕਦੇ ਹਾਂ ਕਿ ਸਾਡਾ ਦੇਸ਼ ਤਰੱਕੀ ਦੀ ਰਾਹ 'ਤੇ ਜਿਹੜਾ ਹੈਗਾ ਉਹ ਅੱਗੇ ਵੱਧ ਸਕਦਾ? ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਡੇ ਦੇਸ਼ ਦੇ ਵਿੱਚ ਬੱਚਿਆਂ ਦੀ ਗੱਲ ਕਰੀਏ ਕੁਪੋਸ਼ਣ ਦਾ ਜੋ ਕਿ ਸ਼ਿਕਾਰ ਨੇ, ਤਾਂ ਉਹਨਾਂ ਦਾ ਜਿੰਨਾ ਭਾਰ ਹੈ ਹੋਣਾ ਚਾਹੀਦਾ ਉਸ ਤੋਂ ਬਹੁਤ ਘੱਟ ਹੈ ਭਾਰ। ਕੱਦ ਛੋਟੇ ਰਹਿ ਰਹੇ ਨੇ ਵੀ ਕਿ ਉਹਨਾਂ ਨੂੰ ਉਸ ਤਰ੍ਹਾਂ ਸਿਹਤ ਸਹੂਲਤਾਵਾਂ ਨਹੀਂ ਮਿਲ ਪਾਉਂਦੀਆਂ ਜਿਵੇਂ ਕਿ ਮਿਲਣੀਆਂ ਚਾਹੀਦੀਆਂ। ਪਰ ਉਸ ਦੇ ਬਾਵਜੂਦ ਸਾਡੀਆਂ ਸਰਕਾਰਾਂ ਦਾਅਵਾ ਕਰਦੀਆਂ ਨੇ ਵੀ ਕਿ ਅਸੀਂ ਸਾਡਾ ਦੇਸ਼ ਤੇਜ਼ੀ ਨਾਲ ਜਿਹੜਾ ਹੈਗਾ ਵਿਕਸਿਤ ਦੇਸ਼ਾਂ ਦੇ ਵਿੱਚ ਸ਼ਾਮਲ ਹੋ ਰਿਹਾ, ਸਾਡਾ ਵਿਕਾਸਸ਼ੀਲ ਦੇਸ਼ ਹੈ। ਪਰ ਦੋਸਤੋ ਇੱਕ ਚੀਜ਼ ਮੰਨਣ ਵਾਲੀ ਹੈ ਕਿ ਸਰਕਾਰਾਂ ਇੱਕ ਪਾਸੇ ਤਾਂ ਦਾਅਵੇ ਕਰਦੀਆਂ ਨੇ ਇਸ ਤਰ੍ਹਾਂ ਦੇ ਵੀ ਕਿ ਸਾਡੇ ਦੇਸ਼ 'ਚ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਵੱਧ ਰਹੀ ਹੈ ਜਾਂ ਹੋਰ ਸਾਡੇ ਦੇਸ਼ ਤਰੱਕੀ ਦੇ ਰਾਹ 'ਤੇ ਬਹੁਤ ਤੇਜ਼ੀ ਨਾਲ ਵੱਧ ਰਿਹਾ, ਪਰ ਦੂਜੇ ਪਾਸੇ ਜਦੋਂ ਸਾਡੀਆਂ ਹੀ ਸਰਕਾਰਾਂ ਆਪ ਖੁਦ ਅੰਕੜੇ ਪੇਸ਼ ਕਰਦੀਆਂ ਨੇ ਵੀ ਕਿ ਅਸੀਂ ਦੇਸ਼ ਦੇ ਵਿੱਚ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇ ਰਹੇ ਹਾਂ, ਤਾਂ ਇਹਨਾਂ ਅੰਕੜਿਆਂ ਤੋਂ ਪਤਾ ਲੱਗਦਾ ਵੀ ਕਿ 80% ਦਾ ਮਤਲਬ ਸਾਡੇ ਦੇਸ਼ ਦੀ 55% ਤੋਂ ਵੱਧ ਆਬਾਦੀ ਹੈ। ਵੀ ਕਿ 55% ਤੋਂ ਵੱਧ ਆਬਾਦੀ ਨੂੰ ਜਦੋਂ ਸਰਕਾਰ ਵੱਲੋਂ ਮੁਫਤ ਅਨਾਜ ਮੁਹੱਈਆ ਕਰਵਾਉਣਾ ਪੈ ਰਿਹਾ ਹੋਵੇ ਤਾਂ ਪਤਾ ਲੱਗਦਾ ਵੀ ਕਿ ਸਾਡਾ ਦੇਸ਼ ਕਿੱਥੇ ਖੜਾ ਹੈ, ਕਿਹੜੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਸ਼ਾਮਲ ਹੋ ਰਿਹਾ, ਜਾਂ ਜਿਹੜਾ ਅਸੀਂ ਕਹਿੰਦੇ ਹਾਂ ਵੀ ਕਿ ਤਰੱਕੀ ਦੀ ਰਾਹ 'ਤੇ ਤੇਜ਼ੀ ਨਾਲ ਵੱਧ ਰਿਹਾ। ਜੇਕਰ ਸਾਡਾ ਦੇਸ਼ ਇੰਨੀ ਤਰੱਕੀ ਨਾਲ ਅੱਗੇ ਵੱਧ ਰਿਹਾ ਹੁੰਦਾ ਤਾਂ ਸਾਨੂੰ ਅੱਜ 55% ਲੋਕਾਂ ਨੂੰ ਮੁਫਤ ਅਨਾਜ ਦੇਣ ਦੀ ਲੋੜ ਨਾ ਪੈਂਦੀ। ਅਤੇ ਸਾਡੀ ਰਾਜਨੀਤਿਕ ਪਾਰਟੀਆਂ ਵੀ, ਸਰਕਾਰਾਂ ਵੀ ਬਜਾਏ ਇਸ ਸਮੱਸਿਆ ਦਾ ਹੱਲ ਲੱਭਣ ਦੀ ਥਾਂ 'ਤੇ ਵੀ ਕਿ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣ, ਨਵਾਂ ਰੁਜ਼ਗਾਰ ਪੈਦਾ ਕੀਤਾ ਜਾਵੇ, ਪਰ ਇਹੋ ਜਿਹਾ ਕਰਨ ਦੀ ਥਾਂ 'ਤੇ ਸਿਰਫ ਮੁਫਤ ਅਨਾਜ ਦੇ ਕੇ ਇੱਕ ਵੋਟ ਬੈਂਕ ਦੀ ਸਿਆਸਤ ਕਰਨ ਲੱਗੇ ਹੋਏ ਨੇ, ਵੋਟਾਂ ਬਟੋਰਨ ਦਾ ਕੰਮ ਕਰ ਰਹੇ ਨੇ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਕਿਉਂਕਿ ਅੱਜ ਸਾਡੇ ਦੇਸ਼ ਦਾ ਇੱਕ ਵੱਡਾ ਹਿੱਸਾ, ਜਿਵੇਂ ਕਿ ਆਪਾਂ ਗੱਲ ਹੀ ਕਰ ਰਹੇ ਹਾਂ ਵੀ ਕਿ ਸੰਤੁਲਿਤ ਭੋਜਨ ਖਾਣ ਤੋਂ ਵਾਂਝਾ ਰਹਿ ਜਾਂਦਾ ਵੀ ਕਿ ਉਹ ਇਹ ਗੱਲ ਤਾਂ ਮੰਨ ਸਕਦੇ ਹਾਂ ਵੀ ਕਿ ਉਹ ਭਰਪੇਟ ਭੋਜਨ ਖਾ ਲੈਂਦਾ ਵੀ ਕਿ ਚਲੋ ਕੁਝ ਲੋਕ ਜਿਹੜੇ ਨੇ ਕਮਾ ਲੈਂਦੇ ਨੇ, ਭੋਜਨ ਖਾ ਲੈਂਦੇ ਨੇ, ਪਰ ਜਦੋਂ ਅਸੀਂ ਉਹਨਾਂ ਦੇ ਭੋਜਨ ਨੂੰ ਦੇਖਦੇ ਹਾਂ ਤਾਂ ਉਹ ਸੰਤੁਲਿਤ ਭੋਜਨ ਨਹੀਂ ਹੈ। ਕਿਉਂਕਿ ਇੱਕ ਸੰਤੁਲਿਤ ਭੋਜਨ ਦੇ ਵਿੱਚ ਪ੍ਰੋਟੀਨ ਵੀ ਪੂਰੇ ਹੋਣੇ ਚਾਹੀਦੇ ਨੇ, ਜਿਹੜਾ ਫੈਟ ਹੈ ਉਹ ਵੀ ਹੋਣਾ ਚਾਹੀਦਾ, ਕਾਰਬੋਹਾਈਡਰੇਟਸ, ਵਿਟਾਮਿਨਸ, ਜਾਂ ਜੋ ਵੀ ਜਿਹੜਾ ਹੈਗਾ ਇੱਕ ਸੰਤੁਲਿਤ ਭੋਜਨ ਦੇ ਵਿੱਚ ਤੱਤ ਹੋਣੇ ਚਾਹੀਦੇ ਨੇ, ਉਹ ਤੱਤ ਕਿਤੇ ਨਾ ਕਿਤੇ ਨਜ਼ਰਅੰਦਾਜ਼ ਹੋ ਰਹੇ ਨੇ। ਇਸ ਕਰਕੇ ਸਾਡੇ ਦੇਸ਼ ਦੇ ਵਿੱਚ ਕੁਪੋਸ਼ਣ ਦੀ ਸਮੱਸਿਆ ਵੱਡੇ ਪੱਧਰ 'ਤੇ ਵੱਧ ਰਹੀ ਹੈ ਅਤੇ ਸਾਡੀਆਂ ਰਾਜਨੀਤਿਕ ਪਾਰਟੀਆਂ, ਸਰਕਾਰਾਂ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੈ ਵੀ ਕਿ ਵਾਕਈ ਸਾਡੇ ਦੇਸ਼ 'ਚ ਚਾਹੇ ਭੁੱਖਮਰੀ ਦੀ ਗੱਲ ਕਰ ਲਈ, ਚਾਹੇ ਕੁਪੋਸ਼ਣ ਦੀ ਗੱਲ ਕਰ ਲਈਏ, ਵੀ ਕਿ ਇਹ ਇੱਕ ਵੱਡੀ ਸਮੱਸਿਆ ਬਣ ਚੁੱਕੀਆਂ ਨੇ। ਬਜਾਏ ਉਹ ਇਸ ਗੱਲ ਨੂੰ ਮੰਨ ਕੇ ਇਸ 'ਤੇ ਹੱਲ ਲੱਭਣ ਦੀ ਥਾਂ 'ਤੇ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦੀ ਦੂਸ਼ਣਬਾਜ਼ੀ ਕਹਿ ਲਓ ਜਾਂ ਬੇਤਵਾਰੀ ਦੀ ਗੱਲ ਕਰਦੇ ਨੇ ਵੀ ਕਿ ਜਿਹੜੇ ਸਰਵੇਖਣ ਹੋ ਰਹੇ ਨੇ ਜੀ, ਇਹ ਤਾਂ ਜਾਣ ਬੁੱਝ ਕੇ ਸਾਨੂੰ ਨੀਵਾਂ ਦਿਖਾਉਣ ਲਈ ਕੀਤੇ ਜਾ ਰਹੇ ਨੇ, ਜਾਂ ਸਰਵੇਖਣ ਗਲਤ ਹੋ ਰਹੇ ਨੇ। ਪਰ ਜੇ ਅਸੀਂ ਪਿੱਛੇ ਜੀ ਇੱਕ ਚੀਜ਼ ਦੇਖਦੇ ਹਾਂ, ਉਹ ਨੀਤੀ ਆਯੋਗ ਦੇ ਕੌਮੀ ਬਹੁਆਯਾਮੀ ਗਰੀਬੀ ਸੂਚਕ ਅੰਕ ਇੱਕ ਜਾਰੀ ਹੋਇਆ ਸੀਗਾ, ਉਹ ਵੀ ਇੱਕ ਜਿਹੜਾ ਹੈਗਾ ਨੈਸ਼ਨਲ ਲੈਵਲ 'ਤੇ ਜਿਹੜਾ ਹੈਗਾ ਇੱਕ ਪੋਵਰਟੀ ਇੰਡੈਕਸ ਜਾਰੀ ਹੋਇਆ ਸੀ। ਜੇ ਅਸੀਂ ਉਸ ਦੀ ਰਿਪੋਰਟ 'ਤੇ ਵੀ ਨਜ਼ਰ ਮਾਰਦੇ ਹਾਂ ਤਾਂ ਸਾਡੇ ਦੇਸ਼ ਦਾ ਅੰਦਰੂਨੀ ਜਿਹੜਾ ਸਰਵੇਖਣ ਮੰਨ ਸਕਦੇ ਹਾਂ ਤਾਂ ਇਸ ਦੇ ਵਿੱਚ ਵੀ ਜਿਹੜਾ ਹੈਗਾ ਦੇਸ਼ ਦੇ ਵਿੱਚ ਜਿੰਨੇ ਵੀ ਗਰੀਬ ਲੋਕ ਰਹਿੰਦੇ ਨੇ ਉਹਨਾਂ ਦਾ 15% ਲੋਕ ਇਹੋ ਜਿਹੇ ਨੇ ਜਿਹੜਾ ਕਿ ਭਰਪੇਟ ਭੋਜਨ ਨਹੀਂ ਖਾ ਸਕਦੇ। ਜੇਕਰ ਉਹਨਾਂ ਨੂੰ ਅੰਕੜਿਆਂ ਦੇ ਵਿੱਚ ਜਾ ਕੇ ਦੇਖਦੇ ਹਾਂ ਤਾਂ ਅੰਕੜਿਆਂ ਦੀ ਗਿਣਤੀ ਬਹੁਤ ਵੱਡੀ ਹੋ ਜਾਂਦੀ ਹੈ। ਉੱਥੋਂ ਹੀ ਇਹ ਵੀ ਚੀਜ਼ ਨਿਕਲ ਕੇ ਆਈ ਹੈ ਵੀ ਕਿ ਇਹ 74% ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਸਿਹਤਮੰਦ ਭੋਜਨ ਨਹੀਂ ਮਿਲਦਾ, ਜਾਂ ਉਹ ਉਹਦਾ ਖਰਚਾ ਨਹੀਂ ਚੁੱਕ ਸਕਦੇ, ਉਹ ਦੂਜਿਆਂ 'ਤੇ ਨਿਰਭਰ ਰਹਿੰਦੇ ਨੇ। ਤਾਂ ਇਹੋ ਜਿਹੇ ਹਾਲਾਤ 'ਚ ਅਸੀਂ ਕੀ ਕਰ ਸਕਦੇ ਹਾਂ? ਅਤੇ ਸਾਡੀ ਸਰਕਾਰ ਨੇ ਟੀਚਾ ਮਿੱਥਿਆ ਵੀ ਕਿ ਅਸੀਂ ਸਾਲ 2030 ਤੱਕ ਭਾਰਤ ਦੇ ਵਿੱਚੋਂ ਜਿਹੜਾ ਹੈਗਾ ਕੋਈ ਵੀ ਵਿਅਕਤੀ ਭੁੱਖਾ ਨਹੀਂ ਸੋਏਗਾ, ਕੋਈ ਬੰਦਾ ਭੁੱਖਾ ਨਹੀਂ ਸੋਏਗਾ।
ਵੀ ਕਿ ਅਸੀਂ ਇਹੋ ਜਿਹਾ ਸਿਸਟਮ ਤਿਆਰ ਕਰ ਦਾਂਗੇ, ਇਹੋ ਜਿਹਾ ਢਾਂਚਾ ਬਣਾ ਦਾਂਗੇ। ਪਰ ਅੱਜ 2023 ਚੱਲ ਰਿਹਾ, ਗੱਲਾਂ 2030 ਦੀਆਂ ਹੋ ਰਹੀਆਂ ਨੇ। 7 ਸਾਲ ਦਾ ਵੱਡਾ ਇੱਕ ਅੰਤਰ ਹੈ। ਬਜਾਏ ਇਸ ਦੀ ਵੀ ਕਿ ਇਹੋ ਜਿਹੀਆਂ ਸਮੱਸਿਆਵਾਂ ਨੂੰ ਹੁਣ ਤੁਰੰਤ ਕਿਉਂ ਨਾ ਹੱਲ ਕੀਤਾ ਜਾਵੇ। ਘੱਟੋ ਘੱਟ ਵੀ ਕਿ ਹਰ ਵਿਅਕਤੀ ਜਿਹੜਾ ਹੈਗਾ ਰਾਤੀ ਭਰ ਪੇਟ ਭੋਜਨ ਖਾ ਕੇ ਤਾਂ ਸੋਵੇ। ਪਰ ਸਾਡੀਆਂ ਸਰਕਾਰਾਂ ਇੱਕ ਰਾਜਨੀਤਿਕ ਏਜੰਡੇ 'ਤੇ ਕੰਮ ਕਰਦੀਆਂ ਨੇ। ਰਾਜਨੀਤਿਕ ਪਾਰਟੀਆਂ ਵੀ ਜਿਹੜਾ ਹੈਗਾ ਵੋਟ ਬੈਂਕ ਦੀ ਸਿਆਸਤ ਵੱਲ ਜ਼ਿਆਦਾ ਧਿਆਨ ਕੇਂਦਰਿਤ ਕਰਦੀਆਂ ਨੇ। ਇਸ ਲਈ ਉਹ ਇਹੋ ਜਿਹੀ ਸਮੱਸਿਆਵਾਂ ਦਾ ਹੁਣੇ ਨਿਪਟਾਰਾ ਕਰਨ ਦੀ ਥਾਂ 'ਤੇ ਜਿਹੜਾ ਹੈਗਾ ਸਾਲ 2030 ਦਾ ਇੱਕ ਟੀਚਾ ਮਿੱਥ ਕੇ ਕੰਮ ਕਰਦੀਆਂ ਨੇ, ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਕਹਿ ਸਕਦੇ ਹਾਂ ਵੀ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਬਲਕਿ ਸਰਕਾਰਾਂ ਨੂੰ ਚਾਹੀਦਾ ਵੀ ਕਿ ਇੱਕ ਵਿਅਕਤੀ ਦਾ ਜਿਹੜਾ ਹੈਗਾ ਭਰ ਪੇਟ ਭੋਜਨ ਖਾ ਕੇ ਸੋਵੇ, ਉਸਨੂੰ ਸਹੀ ਸਿਹਤ ਸਹੂਲਤਾਂ ਮਿਲ ਸਕਣ। ਉਸ 'ਤੇ ਜਿਹੜਾ ਹੈਗਾ ਬੱਚਿਆਂ ਨੂੰ ਜਾਂ ਇੱਕ ਬੱਚੇ ਨੂੰ ਜਿਹੜਾ ਹੈਗਾ ਸਿੱਖਿਆ ਦਾ ਜਿਹੜਾ ਹੈਗਾ ਅਧਿਕਾਰ ਦੀ ਗੱਲ ਕਰੀਏ, ਇਹ ਸਾਰੀਆਂ ਬੇਸਿਕ ਨੀਡਸ ਨੇ ਅਤੇ ਇਹ ਜਿਹੜਾ ਹੈਗਾ ਪੂਰੀਆਂ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਕਿ ਇਹਨਾਂ ਨੂੰ ਜਿਹੜਾ ਹੈਗਾ ਹਰ ਵਿਅਕਤੀ ਤੱਕ ਪਹੁੰਚਦਾ ਕੀਤਾ ਜਾਵੇ। ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਪਰ ਸਾਡੇ ਦੇਸ਼ ਦੇ ਵਿੱਚ ਇਹੋ ਜਿਹਾ ਬਿਲਕੁਲ ਨਹੀਂ ਹੋ ਰਿਹਾ। ਸਾਡੀ ਸਰਕਾਰਾਂ ਵੀ ਇਸ ਪਾਸੇ ਬਿਲਕੁਲ ਧਿਆਨ ਨਹੀਂ ਦੇ ਰਹੀਆਂ, ਬਲਕਿ ਸਰਕਾਰਾਂ ਇਹਨਾਂ ਬੁਨਿਆਦੀ ਸਹੂਲਤਾਂ ਦੀ ਥਾਂ 'ਤੇ ਉਹਨਾਂ ਦਾ ਧਿਆਨ ਜਾਤ ਪਾਤ 'ਤੇ, ਲੋਕਾਂ ਦੇ ਵਿੱਚ ਫਿਰਕੂ ਜਿਹੜਾ ਹੈਗਾ ਦੰਗੇ ਕਰਵਾਉਣ ਵਾਲੇ ਪਾਸੇ ਕਹਿ ਲਓ, ਫਿਰਕੂ ਗੱਲਬਾਤ ਦੇ ਸਿਰ 'ਤੇ ਇੱਕ ਵਿਵਾਦ ਖੜਾ ਕਰਨ ਵਾਲੇ ਪਾਸੇ ਜ਼ਿਆਦਾ ਧਿਆਨ ਰਹਿ ਰਿਹਾ। ਜਦੋਂ ਕਿ ਸਰਕਾਰਾਂ ਨੂੰ ਚਾਹੀਦਾ ਵੀ ਕਿ ਉੱਧਰ ਤੋਂ ਧਿਆਨ ਹਟਾ ਕੇ ਜਿਹੜਾ ਹੈਗਾ ਇਸ ਪਾਸੇ ਧਿਆਨ ਲਾਇਆ ਜਾਵੇ ਵੀ ਕਿ ਸਾਡੇ ਦੇਸ਼ 'ਚ ਜਿਹੜਾ ਭੁੱਖਮਰੀ ਦੇ ਵਿੱਚ ਸਾਡਾ ਦੇਸ਼ ਲਗਾਤਾਰ ਪਛੜਦਾ ਜਾ ਰਿਹਾ ਹੈ। ਉਸ 'ਚ ਭੁੱਖਮਰੀ ਜਿਹੜੀ ਹੈਗੀ ਵੱਧ ਰਹੀ ਹੈ, ਉਸ ਨੂੰ ਕਿਵੇਂ ਘਟਾਇਆ ਜਾਵੇ, ਜਿਹੜਾ ਹੈਗਾ ਦੇਸ਼ ਦੇ ਵਿੱਚ ਕਿਵੇਂ ਲੋਕਾਂ ਨੂੰ ਇੱਕ ਭਰਪੇਟ ਸੰਤੁਲਿਤ ਭੋਜਨ ਮੁਹੱਈਆ ਕਰਵਾਇਆ ਜਾਵੇ। ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ। ਇਹ ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਇਸ ਲਈ ਹੁਣ ਦੇਖਣਾ ਇਹੀ ਹੋਵੇਗਾ ਵੀ ਕਿ ਸਰਕਾਰ ਕਿੰਨਾ ਕੁ ਇਸ ਪਾਸੇ ਜਿਹੜਾ ਹੈਗਾ ਧਿਆਨ ਦਿੰਦੀ ਹੈ, ਜਾਂ ਸਰਕਾਰ ਕਿੰਨਾ ਕੁ ਲੋਕਾਂ ਦੇ ਲਈ ਕੋਈ ਵਧੀਆ ਨੀਤੀ, ਕੋਈ ਪਾਲਿਸੀ ਬਣਾਉਂਦੀ ਹੈ ਵੀ ਕਿ ਲੋਕ ਇੱਕ ਭਰਪੇਟ ਭੋਜਨ ਖਾ ਸਕਣ। ਜਿਹੜਾ ਸਾਡੇ ਦੇਸ਼ 'ਚ ਕੁਪੋਸ਼ਣ ਦੀ, ਭੁੱਖਮਰੀ ਦੀ ਸਮੱਸਿਆਵਾਂ ਵੱਧ ਰਹੀਆਂ, ਇਸ ਨੂੰ ਘਟਾਇਆ ਜਾ ਸਕੇ, ਇਸ ਦਾ ਕੋਈ ਹੱਲ ਕੱਢਿਆ ਜਾ ਸਕੇ। ਉਹ ਤਾਂ ਹੁਣ ਸਮਾਂ ਹੀ ਦੱਸੇਗਾ ਸਰਕਾਰਾਂ ਕੀ ਕਰਦੀਆਂ ਨੇ। ਪਰ ਇੱਕ ਚੀਜ਼ ਤਾਂ ਸਪਸ਼ਟ ਹੈ ਕਿ ਸਾਡੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਸਿਰ 'ਤੇ ਨੇ। ਜੇ ਕਹਿ ਲਈਏ ਤਾਂ ਉਹ ਮਾਰਚ ਅਪ੍ਰੈਲ ਦੇ ਵਿੱਚ ਤਾਂ ਸਮਾਂ ਹੈ ਹੀ ਹੈ, ਸਰਕਾਰਾਂ ਉਸ ਤੋਂ ਪਹਿਲਾਂ ਵੀ ਕਰਵਾ ਸਕਦੀਆਂ ਨੇ। ਪਰ ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀ ਰਾਜਨੀਤਿਕ ਪਾਰਟੀਆਂ ਨੇ ਜਿਹੜਾ ਹੈਗਾ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਵੱਲੋਂ ਏਜੰਡੇ ਵੀ ਤਿਆਰ ਕਰੇ ਜਾਣਗੇ। ਤਾਂ ਅਸੀਂ ਇਹੀ ਆਸ ਕਰਦੇ ਹਾਂ ਵੀ ਕਿ ਜਿੱਥੇ ਰਾਜਨੀਤਿਕ ਪਾਰਟੀਆਂ ਲੋਕ ਹਿੱਤ ਦੇ ਵਿੱਚ ਇਲੈਕਸ਼ਨ ਮੈਨੀਫੈਸਟੋ ਤਿਆਰ ਕਰਨਗੇ, ਏਜੰਡੇ ਤਿਆਰ ਕਰਨਗੇ, ਤਾਂ ਉਹਨਾਂ ਦਾ ਧਿਆਨ ਇਸ ਪਾਸੇ ਵੀ ਵੱਧ ਹੋਣਾ ਚਾਹੀਦਾ ਕਿਉਂਕਿ ਸਾਡੇ ਦੇਸ਼ 'ਚ ਭੁੱਖਮਰੀ ਵੱਧ ਰਹੀ ਹੈ, ਕੁਪੋਸ਼ਣ ਵੱਧ ਰਿਹਾ, ਲੋਕਾਂ ਨੂੰ ਵਧੀਆ ਸਿਹਤ ਸਹੂਲਤਾਵਾਂ ਨਹੀਂ ਮਿਲ ਰਹੀਆਂ, ਸਿੱਖਿਆ ਨਹੀਂ ਮਿਲ ਰਹੀ। ਠੀਕ ਹੈ, ਇਸ ਪਾਸੇ ਵੀ ਧਿਆਨ ਕੇਂਦਰਿਤ ਕੀਤਾ ਜਾਵੇ। ਉਹਨਾਂ ਦਾ ਮੈਨੀਫੈਸਟੋ ਦੇ ਵਿੱਚ ਇਹ ਚੀਜ਼ਾਂ ਅਹਿਮ ਹੋਣੀਆਂ ਚਾਹੀਦੀਆਂ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰ ਲਈਏ, ਉਸ ਨੂੰ ਜਿਹੜਾ ਹੈਗਾ ਪ੍ਰਮੁੱਖਤਾ ਨਾਲ ਉਭਾਰਨਾ ਚਾਹੀਦਾ। ਪਰ ਹੁਣ ਰਾਜਨੀਤਿਕ ਪਾਰਟੀਆਂ ਕੀ ਕਰਦੀਆਂ ਨੇ ਉਹ ਤਾਂ ਸਮਾਂ ਹੀ ਦੱਸੇਗਾ। ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜਿਹੇ ਜਨਤਕ ਮੁੱਦਿਆਂ ਨੂੰ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ, ਤੁਹਾਡੇ ਅੱਗੇ ਰੱਖਦਾ ਰਹੇਗਾ। ਕੱਲ੍ਹ ਨੂੰ ਇਸੇ ਸਮੇਂ ਫਿਰ ਇੱਕ ਨਵੇਂ ਮੁੱਦੇ 'ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।